ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸੰਦੇਸ਼ ਵਾਲਕ ਸ਼ਰਮਾ। ਜਗਬਾਣੀ ਟੀਵੀ ਤੇ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ। ਵੇਲੇ ਹੁਣ ਤੱਕ ਦੇ ਅਹਿਮ ਖਬਰਾਂ ਦੇ ਵਿਸਤਾਰ ਵਿੱਚ ਜਾਣ ਤੋਂ ਪਹਿਲਾਂ ਇੱਕ ਨਜ਼ਰ ਸੁਰਖੀਆਂ ਤੇ। ਸੀਐਮ ਨਾਲ ਮੁਲਾਕਾਤ ਤੋਂ ਪਹਿਲਾਂ ਸਿੱਧੂ ਨੇ ਕੀਤਾ ਸੀ ਟਵੀਟ। ਬੇਅਦਬੀ ਮਾਮਲੇ ਵਿੱਚ ਡੀਜੀਪੀ ਸਹੋਤਾ ਦੀ ਜਾਂਚ ਤੇ ਚੁੱਕੇ ਸਵਾਲ। ਸ਼੍ਰੋਮਣੀ ਅਕਾਲੀ ਦਲ ਦੇ ਨਿਸ਼ਾਨੇ ਤੇ ਆਈ ਆਮ ਆਦਮੀ ਪਾਰਟੀ, ਲਗਾਏ ਕਈ ਤਰ੍ਹਾਂ ਦੇ ਆਰੋਪ। ਤੇ 2 ਅਕਤੂਬਰ ਤੋਂ 8 ਅਕਤੂਬਰ ਤੱਕ ਛੱਤਬੀੜ ਚਿੜੀਆ ਘਰ ਵਿੱਚ ਹੋਵੇਗੀ ਮੁਫਤ ਐਂਟਰੀ। ਤੇ ਹੁਣ ਖਬਰਾਂ ਵਿਸਤਾਰ ਨਾਲ। ਖਬਰਾਂ ਦੀ ਸ਼ੁਰੂਆਤ ਦੇ ਵਿੱਚ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਨਵਜੋਤ ਸਿੰਘ ਸਿੱਧੂ ਦੀ, ਜਿਨ੍ਹਾਂ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਕੇ ਸਭ ਨੂੰ ਚੌਂਕਾ ਕੇ ਰੱਖ ਦਿੱਤਾ ਸੀ ਤੇ ਉਹਨਾਂ ਦੀ ਸੀਐਮ ਚਰਨਜੀਤ ਸਿੰਘ ਚੰਨੀ ਨਾਲ ਮੁਲਾਕਾਤ ਨੂੰ ਲੈ ਕੇ ਵੀ ਕਈ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸੀ। ਤੁਹਾਨੂੰ ਇੱਥੇ ਵੀ ਦੱਸ ਦਈਏ ਕਿ ਮੁਲਾਕਾਤ ਤੋਂ ਪਹਿਲਾਂ ਉਹਨਾਂ ਨੇ ਡੀਜੀਪੀ ਨੂੰ ਲੈ ਕੇ ਇੱਕ ਟਵੀਟ ਕੀਤਾ ਸੀ, ਜਿਸ ਦੇ ਵਿੱਚ ਉਹਨਾਂ ਨੇ ਕਈ ਤਰ੍ਹਾਂ ਦੇ ਸਵਾਲ ਚੁੱਕੇ। ਟਵੀਟ ਦੇ ਵਿੱਚ ਉਹਨਾਂ ਨੇ ਇੱਕ ਮੀਡੀਆ ਰਿਪੋਰਟ ਸ਼ੇਅਰ ਕੀਤੀ ਹੈ। ਸਿੱਧੂ ਨੇ ਟਵੀਟ ਵਿੱਚ ਲਿਖਿਆ ਹੈ ਕਿ ਡੀਜੀਪੀ ਆਈਪੀਐਸ ਸਹੋਤਾ ਬਾਦਲ ਸਰਕਾਰ ਦੇ ਦੌਰਾਨ ਬੇਅਦਬੀ ਮਾਮਲੇ ਦੀ ਜਾਂਚ ਕਰ ਰਹੀ ਸਿੱਟ ਦੇ ਮੁਖੀ ਸੀ। ਉਹਨਾਂ ਨੇ 2 ਸਿੱਖ ਨੌਜਵਾਨਾਂ ਨੂੰ ਬੇਅਦਬੀ ਦੇ ਲਈ ਗਲਤ ਤਰੀਕੇ ਨਾਲ ਆਰੋਪੀ ਠਹਿਰਾਇਆ ਤੇ ਸੁਖਬੀਰ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਨੂੰ ਕਲੀਨ ਚਿੱਟ ਦੇ ਦਿੱਤੀ। 2018 ਵਿੱਚ ਉਹ ਕਾਂਗਰਸ ਵਿੱਚ ਮੰਤਰੀਆਂ ਤੇ ਤਤਕਾਲੀਨ ਪੀਸੀਸੀ ਪ੍ਰਧਾਨ ਤੇ ਵਰਤਮਾਨ ਗ੍ਰਹਿ ਮੰਤਰੀ ਦੇ ਨਾਲ ਨਿਆਂ ਦੀ ਲੜਾਈ ਵਿੱਚ ਸਮਰਥਨ ਦਾ ਆਸ਼ਵਾਸਨ ਦਿੰਦੇ ਨੇ। ਉਧਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਪੰਜਾਬ ਪਹੁੰਚੇ। ਲੁਧਿਆਣਾ ਦੇ ਵਿੱਚ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ। ਉਹਨਾਂ ਨੇ ਜਨਤਾ ਦੇ ਨਾਲ ਕਈ ਤਰ੍ਹਾਂ ਦੇ ਵਾਅਦੇ ਕੀਤੇ, ਵਾਅਦੇ ਤਾਂ ਕਰ ਦਿੱਤੇ। ਉਸ ਤੋਂ ਬਾਅਦ ਉਸ ਤੇ ਸਵਾਲ ਵੀ ਖੜੇ ਹੋਏ ਤੇ ਹੁਣ ਸ਼੍ਰੋਮਣੀ ਅਕਾਲੀ ਦਲ ਦੇ ਨਿਸ਼ਾਨੇ ਤੇ ਆਮ ਆਦਮੀ ਪਾਰਟੀ ਹੈ। ਸ਼੍ਰੋਮਣੀ ਅਕਾਲੀ ਦਲ ਨੇ ਆਮ ਆਦਮੀ ਪਾਰਟੀ ਤੇ ਕਈ ਤਰ੍ਹਾਂ ਦੇ ਆਰੋਪ ਲਗਾਏ। ਦਿੱਲੀ ਦੇ ਮੁੱਖ ਮੰਤਰੀ केजरीवाल साहब ने अपनी दूजी गारंटी दी है। मैनू तो बड़ी हास्य वाली गल लगती है, दिल्ली का मुख्यमंत्री होए, दिल्ली विच किसी नूं सहूलत ना दिंदा होए ते पंजाब च आके कहे कि मैं दिल्ली के मुख्यमंत्री की गारंटी है कि आम आदमी पार्टी कोले कोई पंजाब दा लीडर नहीं बचिया जिहड़ा पंजाबियां नूं आप कहे कि मैं पंजाबी हाँ, पंजाब च रहने वाला, थोड़ी अगवाई करना चाहना, आ मेरी जबान है, मेरी गारंटी है। ते लफ्ज़ां दा हुण हेर फेर। कैप्टन साहब ने गुटका साहब की सौं खाधी, मुक्कर गए, फॉर्म भराए, मुक्कर गए। हुण इन्होंने कहा गारंटी, गारंटी की की गारंटी है मैं पूछना चाहना है जे ना पूरा करनगे। मैं केजरीवाल साहब तो आम आदमी पार्टी ने पूछना चाहना है कि गारंटी जिहड़ी कही है तुसीं, ओहदी की गारंटी है कि तुसीं जे मुक्कर गए तो ओहदी गारंटी की है? की तुसीं जे मुकरे ते गारंटी दिंदे हो कि दिल्ली की सियासत छड़ दोगे? की तुसीं मुख्यमंत्री पद तो इस्तीफा दोगे? कल्ले इत्थे आके झूठ बोलना ते ड्रामे करना पंजाब की जनता जानती है। दूजी गल जिहड़ी मैनूं हैरान दी है, पंजाब की आम आदमी पार्टी रोज अखबारां च कहंदी है केजरीवाल साहब आउणगे ते गारंटी देणगे। कि पंजाब के लोग कोई केजरीवाल तो मंगन बैठे है कि दसो जी हुण दूजी की मंग तुसीं साडी पूरी करोगे? तीजी गारंटी दसो की होंगे? चौथी गारंटी की होगा? 2 महीने बाद आऊगा केजरीवाल तो कहेंगे हुण मेरी तीजी गारंटी, चौथी गारंटी। आ जिहड़े बैंक है, तुसीं मैं पंजाबियों नूं सारिआं नूं पता है, तुसीं बैंक तो करजा लैण जाने हो, बैंक चो जो गारंटी मंगदा है वो बंदे दी अपनी गारंटी मंगदा है, जेड़ा लोन लैंदा है। आंडी गवांडी दी गारंटी नहीं लैंदे हो। मुख्यमंत्री दिल्ली दा है, जे ना आया, जे ना परवाह की आपां की कर लांगे? सो आई गल शो करदा है जेड़ा केजरीवाल नूं अगे लैके ओहदी गारंटी कहण लग गए। आम आदमी पार्टी दा फ्रॉड इत्थों ही पता लग जांदा है।
ਚਿੜੀਆਘਰ ਘੁੰਮਣ ਜਾਣ ਵਾਲਿਆਂ ਦੇ ਲਈ ਖੁਸ਼ਖਬਰੀ ਹੈ। ਦਰਅਸਲ ਹੁਣ ਛੱਤਬੀੜ ਚਿੜੀਆਘਰ ਨੂੰ ਤੁਸੀਂ ਮੁਫਤ ਦੇ ਵਿੱਚ ਘੁੰਮ ਸਕਦੇ ਹੋ, ਕਿਉਂਕਿ ਇੱਥੇ 2 ਅਕਤੂਬਰ ਤੋਂ ਲੈ ਕੇ 8 ਅਕਤੂਬਰ ਤੱਕ ਐਂਟਰੀ ਬਿਲਕੁਲ ਫ੍ਰੀ ਕਰ ਦਿੱਤੀ ਗਈ ਹੈ। ਕਿਸਾਨਾਂ ਵੱਲੋਂ ਪ੍ਰਦਰਸ਼ਨ ਲਗਾਤਾਰ ਜਾਰੀ ਹੈ। ਵੱਖ-ਵੱਖ ਰਾਜਨੀਤਿਕ ਹਸਤੀਆਂ ਤੇ ਹੋਰ ਵੀ ਕਈ ਵੱਡੀਆਂ ਹਸਤੀਆਂ ਉੱਥੇ ਪਹੁੰਚ ਰਹੀਆਂ ਨੇ, ਪਰ ਹੁਣ ਇੱਕ ਵਾਰ ਫਿਰ ਤੋਂ ਅੰਬਾਲਾ ਚੰਡੀਗੜ੍ਹ ਮਾਰਗ ਨੂੰ ਕਿਸਾਨਾਂ ਨੇ ਬੰਦ ਕਰ ਦਿੱਤਾ। ਬਦਸਲੂਕੀ ਦੇ ਆਰੋਪ ਲੱਗੇ ਨੇ, ਕਿਸ ਤੇ ਲੱਗੇ ਨੇ, ਕਿਉਂ ਲੱਗੇ ਨੇ, ਦੇਖਦੇ ਹਾਂ ਰਿਪੋਰਟ ਵਿੱਚ। ਗੱਲ ਤਾਂ ਰਿਜ਼ਲਟ ਦੀ ਹੈ ਨਾ, ਰਿਜ਼ਲਟ ਦਾ ਕਾਨੂੰਨ ਵਾਪਸ ਲੈਣਾ। ਪ੍ਰਧਾਨ ਜੀ ਨੇ 2 ਆਪਸ਼ਨਾਂ ਮੈਨੂੰ ਦਈਆਂ ਇਹਨਾਂ ਨੇ। ਮੈਂ ਨਹੀਂ ਕਹਿੰਦਾ ਟੋਨੀ ਠੀਕ ਆ, ਗਲਤ ਆ, ਮੈਂ ਉਸ ਗੱਲ 'ਚ ਹੀ ਨਹੀਂ ਪੈਣਾ। ਇਹਨਾਂ ਨੂੰ ਜੋ ਉਹਨਾਂ ਨੇ ਮੁੰਡਿਆਂ ਨੇ ਕਿਹਾ, ਇਹਨਾਂ ਨੇ ਉਹ ਹੁਕਮ ਫਰਮਾ ਦੇ 2 ਮੈਨੂੰ ਆਪਸ਼ਨ ਦੇ। ਯਾਦ ਆ ਟੋਨੀ ਇੱਥੇ ਆ ਕੇ ਮਾਫੀ ਮੰਗੇ, ਠੀਕ ਹੈ ਨਾ ਜੀ, ਕਹੇ ਵੀ ਮੇਰੇ ਤੋਂ ਗਲਤੀ ਹੋਈ ਹੈਗੀ ਆ। ਜੇ ਨਹੀਂ ਮੰਗਦਾ ਤਾਂ ਮੈਂ ਉਹਨੂੰ ਪਾਰਟੀ ਤੋਂ ਕੱਢ ਦੂੰ, ਠੀਕ ਹੈ ਨਾ ਜੀ। ਇਹੀ 2 ਆਪਸ਼ਨ ਦੇ। ਹਾਂ ਠੀਕ ਹੈ। ਉਹ ਦੇਖੋ ਮੇਰੀ ਗੱਲ ਸੁਣੋ, ਜਦ ਮੈਂ ਇਹਨੂੰ ਪਾਰਟੀ ਤੋਂ ਹੀ ਕੱਢ ਦਿਆ, ਤੁਸੀਂ ਧਰਨਾ ਦਿਓ, ਜੋ ਮਰਜ਼ੀ ਕਰੋ, ਮੈਂ ਤਾਂ ਨਹੀਂ ਰੋਕਦਾ। ਹਾਂ ਮੇਰੇ ਘਰ ਜੇ ਤੁਹਾਨੂੰ ਲੱਗਦਾ ਹੈਗਾ ਵੀ ਮੇਰਾ ਕਸੂਰ ਆ, ਤੁਸੀਂ ਮੇਰੇ ਘਰ ਧਰਨਾ ਦੇ ਦਿਓ। ਮੈਂ ਤਾਂ ਸੁਣ ਦਿਓ ਗੱਲ, ਮੈਂ ਤਾਂ ਜੋ ਮੇਰੀ ਗੱਲਬਾਤ ਹੋਈ ਆ, ਪਹਿਲੀ ਗੱਲ ਇਹ ਆ ਵੀ ਇਸ ਹਲਕੇ ਦਾ ਜ਼ਿੰਮੇਵਾਰ ਹੋਣ ਦੇ ਨਾਤੇ ਟੋਨੀ ਰਾਣੇ ਨੂੰ ਮੈਂ ਜਦ ਤੱਕ ਤੁਹਾਡੇ ਤੋਂ ਮਾਫੀ ਨਹੀਂ ਮੰਗਦਾ ਜਾਂ ਤੁਹਾਡੇ ਨਾਲ ਗੱਲ ਨਹੀਂ ਕਰਦਾ ਬੈਠ ਕੇ, ਮੈਂ ਉਹਨੂੰ ਪਾਰਟੀ ਤੋਂ ਇਮੀਡੀਏਟਲੀ ਕੱਢਦੇ ਆ। ਦੂਸਰਾ, ਮੇਰੇ ਕਰਕੇ ਤੁਹਾਡੀਆਂ ਭਾਵਨਾਵਾਂ ਹਟ ਹੋਈਆਂ, ਮੈਂ ਤੁਹਾਡੇ ਤੋਂ ਮਾਫੀ ਮੰਗ ਰਿਹਾ ਸਾਰਿਆਂ ਦੇ ਸਾਹਮਣੇ, ਜੇ ਮੇਰੀ ਕੋਈ ਗਲਤੀ ਹੈ। ਤੀਸਰੀ ਗੱਲ, ਮੈਨੂੰ ਜੇ ਤੁਹਾਨੂੰ ਫੇਰ ਵੀ ਲੱਗਦਾ ਹੈਗਾ ਵੀ ਮੇਰਾ ਕੋਈ ਕਸੂਰ ਆ, ਪਾਰਟੀ 'ਚ ਮੈਂ ਕੱਢ ਦਿਆਂ, ਤੁਹਾਨੂੰ ਲੱਗਦਾ ਮੇਰਾ ਕੋਈ ਵੀ ਕਸੂਰ ਆ, ਤੁਸੀਂ ਮੇਰੇ ਘਰ ਧਰਨਾ ਲਾਣਾ ਹੈਗਾ, ਮੈਂ ਹੱਥ ਜੋੜ ਕੇ ਬੇਨਤੀ ਕਰਦਾ ਵੀ ਤੁਸੀਂ ਲਾਓ, ਮੈਨੂੰ ਕੋਈ ਪ੍ਰੋਬਲਮ ਨਹੀਂ। ਮੈਂ ਤੁਹਾਡਾ ਸਵਾਗਤ ਕਰੂੰਗਾ, ਜਿੰਨੇ ਦਿਨ ਤੁਸੀਂ ਉੱਥੇ ਬੈਠਣਾ ਮੈਂ ਤੁਹਾਡੀ ਸੇਵਾ ਕਰੂੰਗਾ। ਤੁਸੀਂ ਮੈਨੂੰ ਚਾਹੇ ਮੇਰੇ ਪੁਤਲੇ ਫੁੱਕੇ, ਤੁਹਾਨੂੰ ਪੁਤਲੇ ਵੀ ਬਣਾ ਕੇ ਦੇ ਦੂੰਗਾ। ਤੁਸੀਂ ਉੱਥੇ ਮੇਰੇ ਧਰਨਾ ਲਾ ਕੇ ਟੈਂਟ ਤੁਹਾਨੂੰ ਲਾ ਕੇ ਦੇ ਦੂੰਗਾ। ਰੋਜ਼ ਮੇਰੇ ਘਰ ਦੇ ਅੱਗੇ ਤੁਸੀਂ ਬੈਠ ਜੇ ਕਰੋ। ਪੁਲਿਸ ਦੀ ਮੇਰੀ ਜ਼ਿੰਮੇਵਾਰੀ, ਕੋਈ ਬੰਦਾ ਬੈਰੀਕੇਡ ਨਹੀਂ ਲਾਊਗਾ, ਕੋਈ ਕੁਝ ਨਹੀਂ ਕਰੂਗਾ। ਪੁਲਿਸ ਨੂੰ ਮੈਂ ਬੇਨਤੀ ਕਰਾਂਗਾ ਵੀ ਕਦੇ ਵੀ ਮੇਰੀ ਸੁਰੱਖਿਆ ਵਾਸਤੇ ਨਹੀਂ ਆਣਾ, ਨਾ ਮੇਰੇ ਪਰਿਵਾਰ ਦੀ ਆਣਾ, ਨਾ ਮੇਰੇ ਘਰ। ਮੇਰੇ ਭਰਾ ਮੇਰੇ ਪਰਿਵਾਰ ਦੇ ਮੈਂਬਰ ਆ, ਮੈਂ MLA ਆ। ਜੇ ਮੇਰੇ ਕਿਸੇ ਵਰਕਰ ਨੇ ਗਲਤੀ ਕਰੀ ਆ, ਮੈਂ ਜ਼ਿੰਮੇਵਾਰ ਆ, ਮੈਂ ਉਹਦੀ ਮਾਫੀ ਮੰਗਦਾ। ਇਹਨਾਂ ਨੂੰ ਰਾਈਟ ਆ ਮੇਰੇ ਘਰ ਆ ਕੇ ਧਰਨਾ ਲਾਉਣ, ਮੇਰੇ ਖਿਲਾਫ ਨਾਅਰੇਬਾਜ਼ੀ, ਦੋਨੇ ਚੀਜ਼ਾਂ ਹੈਗੀਆਂ। ਮੈਂ ਉਹਨੂੰ ਜਦ ਤੱਕ ਤੁਹਾਡੇ ਨਾਲ ਨਹੀਂ ਨਿਬੜਦਾ ਹੈਗਾ ਜਾਂ ਮਾਫੀ ਨਹੀਂ ਮੰਗਦਾ, ਮੈਂ ਇਮੀਡੀਏਟਲੀ ਉਹਨੂੰ ਪਾਰਟੀ ਤੋਂ ਕੱਢਦਾ ਹੈਗਾ। ਤੇ ਦੂਸਰੀ ਗੱਲ ਹੈ, ਤੁਸੀਂ ਧਰਨਾ ਲਾਣਾ, ਮੇਰਾ ਕਸੂਰ ਕੋਈ ਨਹੀਂ। ਵੈਸੇ ਮੈਨੂੰ ਇੱਕ ਦੁੱਖ ਬਹੁਤ ਆ। ਦੇਖੋ 2 ਬੰਦਿਆਂ ਨੇ ਬੇਇੱਜ਼ਤੀ ਕਰੀ, ਇੱਕ ਬੰਦਾ ਮੇਰਾ ਹੈਗਾ, ਦੂਸਰਾ ਬੰਦਾ ਕਿਸ ਦਾ ਸਾਰੇ ਇਲਾਕੇ ਨੂੰ ਪਤਾ। ਇਸ ਹਲਕੇ 'ਚ ਇੱਕ ਮਿੱਟੀ ਦੀ ਟਰਾਲੀ ਨਹੀਂ ਕੋਈ ਚੱਕ ਸਕਦਾ ਸਰਕਾਰ ਦੀ ਪਰਮਿਸ਼ਨ ਤੋਂ ਬਗੈਰ। ਸ਼ਰੇਆਮ ਟਰਾਲੀ ਲਾ ਕੇ ਰੇਤਾ ਢੋਰਿਆ, 8 ਪਰਚੇ ਉਹਦੇ ਤੇ ਦਰਜ ਹੋਏ ਵੇ ਆ। ਫਿਰ ਜਿਸ ਲੀਡਰ ਦਾ ਉਹ ਚੇਲਾ ਆ, ਉਸ ਲੀਡਰ ਦੇ ਘਰ ਵੀ ਧਰਨਾ ਲੱਗਣਾ ਚਾਹੀਦਾ ਨਾ, ਲੱਗਣਾ ਨਹੀਂ ਚਾਹੀਦਾ। ਮੇਰੇ ਵੀ ਲਾਓ, ਮੈਨੂੰ ਗਾਲਾਂ ਕੱਢੋ, ਮੇਰੇ ਖਿਲਾਫ ਨਾਅਰੇਬਾਜ਼ੀ ਕਰੋ। ਟੋਨੀ ਨੇ ਗਲਤ ਬੰਦੇ ਦੀ ਸਪੋਰਟ ਕਰੀ ਆ, ਟੋਨੀ ਨੇ ਗਲਤ ਬੰਦੇ ਦੀ ਸਪੋਰਟ ਕਰੀ ਆ, ਮੈਂ ਉਹਦੇ ਖਿਲਾਫ ਕਾਰਵਾਈ ਕਰਦਾ ਹੈਗਾ, ਉਹਨੂੰ ਕੱਢਦੇ ਆ ਮੈਂ, ਠੀਕ ਹੈ ਨਾ। ਆ ਕੇ ਤੁਹਾਡੇ ਤੋਂ ਮਾਫੀ ਮੰਗੂਗਾ, ਨਹੀਂ ਮੰਗਦਾ ਪਾਰਟੀ ਤੋਂ ਕੱਢ ਦਾਂਗੇ ਆਪਾਂ ਨੂੰ। ਕੱਢ ਦਿਆ ਹੁਣੇ ਸਾਰਿਆਂ ਦੇ ਸਾਹਮਣੇ ਮੇਰੀ ਅਨਾਉਂਸਮੈਂਟ। DH ਡਾਕਟਰ ਅਮਨਦੀਪ ਕੰਗ ਰਿਟਾਇਰ ਹੋ ਗਏ ਨੇ ਤੇ ਉਹਨਾਂ ਦੀ ਰਿਟਾਇਰਮੈਂਟ ਦੇ ਵਿੱਚ ਸਭ ਤੋਂ ਖਾਸ ਗੱਲ ਇਹ ਹੈ ਕਿ ਉਹਨਾਂ ਦਾ ਕਾਰਜਕਾਲ ਸਭ ਤੋਂ ਛੋਟਾ ਰਿਹਾ, 1 ਸਾਲ ਦਾ ਕਾਰਜਕਾਲ ਰਿਹਾ ਤੇ ਇਸ ਦੌਰਾਨ ਉਹਨਾਂ ਨੇ ਕੀ ਕੁਝ ਕੀਤਾ, ਇਹ ਸਭ ਕੁਝ ਉਹਨਾਂ ਨੇ ਸਾਂਝਾ ਕੀਤਾ। GMSH 16 ਦੀ DSH ਡਾਕਟਰ ਅਮਨਦੀਪ ਕੰਗ ਰਿਟਾਇਰ ਹੋ ਗਏ ਨੇ। ਹੈਲਥ ਡਾਇਰੈਕਟਰ ਡਾਕਟਰ ਅਮਨਦੀਪ ਕੰਗ ਦਾ ਕਾਰਜਕਾਲ ਸਭ ਤੋਂ ਛੋਟਾ ਯਾਨੀ ਕਿ ਸਿਰਫ 1 ਸਾਲ ਹੀ ਰਿਹਾ ਹੈ। ਪਰ ਇਹ ਕਾਰਜਕਾਲ ਚੁਣੌਤੀਆਂ ਦੇ ਨਾਲ ਭਰਿਆ ਹੋਇਆ ਸੀ, ਕਿਉਂਕਿ ਕੋਰੋਨਾ ਕਾਲ ਵਿੱਚ ਸਭ ਤੋਂ ਜ਼ਿਆਦਾ ਕੋਰੋਨਾ ਯੋਧਿਆਂ ਨੇ ਆਪਣਾ ਦਾਇਤਵ ਨਿਭਾਇਆ ਸੀ। ਡਾਕਟਰ ਅਮਨਦੀਪ ਕੰਗ ਨੇ ਆਪਣੇ ਅਨੁਭਵਾਂ ਨੂੰ ਸਾਡੇ ਨਾਲ ਸਾਂਝਾ ਕੀਤਾ।
ਤੇ ਆਪਣੇ ਕਾਰਜਕਾਲ ਦੇ ਵਿੱਚ ਹੋਏ ਕੰਮਾਂ ਬਾਰੇ ਜਾਣਕਾਰੀ ਦਿੱਤੀ। ਉਹਨਾਂ ਕਿਹਾ ਹੈ ਕਿ ਉਹਨਾਂ ਨੇ ਆਪਣੇ ਕਾਰਜਕਾਲ ਦੇ ਵਿੱਚ ਹਰ ਸੰਭਵ ਕੋਸ਼ਿਸ਼ ਕੀਤੀ ਹੈ ਕਿ ਉਹ ਲੋਕਾਂ ਦੀ ਸੇਵਾ ਕਰਨਾ ਤੇ ਅੱਗੇ ਵੀ ਉਹ ਅਜਿਹੀ ਸੇਵਾ ਕਰਦੇ ਰਹਿਣਗੇ। ਉਹਨਾਂ ਦਾ ਇਹ ਵੀ ਕਹਿਣਾ ਸੀ ਕਿ ਕਰੋਨਾ ਕਾਲ ਉਹਨਾਂ ਦੇ ਲਈ ਚੁਣੌਤੀਪੂਰਨ ਰਿਹਾ ਸੀ, ਪਰ ਉਹ ਲੋਕਾਂ ਦੀਆਂ ਉਮੀਦਾਂ ਦੇ ਉੱਪਰ ਖਰਾ ਉਤਰੇ ਨੇ। ਲੋਕਾਂ ਦੀ ਜ਼ਿਆਦਾ ਤੋਂ ਜ਼ਿਆਦਾ ਮਦਦ ਕਰਨ ਦੀ ਉਹਨਾਂ ਦੇ ਵੱਲੋਂ कोशिश की गई। जब मैंने ज्वाइन करा तो मैंने देखा कि जो टेस्टिंग है कोविड की वो सिर्फ अस्पतालों में हो रही है, और वो भी फ्लू जहाँ सिम्टोमेटिक लोग आते हैं। कंटेनमेंट जोन में से लोगों को एम्बुलेंस में बिठा के लेके आया जाता था, तो उसमें थोड़ी जल्दी लोगों को आइसोलेट करना नहीं कर पा रहे थे। तो जो कोरोना की कोविड की जो स्ट्रेटजी रहती है वो होती है टेस्टिंग, ट्रैकिंग एंड आइसोलेशन। तो मैंने टेस्टिंग को एकदम से बढ़ाया कि मोबाइल टेस्टिंग टीम्स बनाई। जो टेस्टिंग टीम्स ने कंटेनमेंट जोन में लोगों के डोर स्टेप तक मतलब पहुंच गए। कम्युनिटी सेंटर, जो भी पार्क्स थे, बस स्टैंड था, रेलवे स्टेशन था, ऑफिस, स्कूल्स, कॉलेजेस, हर जगह हमारी मोबाइल टेस्टिंग टीम्स जाके टेस्टिंग करती थी। तो इस तरह हम ज़्यादा लोगों को फटाफट मतलब टेस्ट कर पाते थे, रिपोर्ट आ जाती थी, और लोगों को भी कॉन्फिडेंस था, क्योंकि कोई भी अस्पताल की एम्बुलेंस में बैठ के आके टेस्ट करवाना नहीं चाहता था कंटेनमेंट जोन में से। तो ये पहला था कि एकदम से चेंज करा। और क्योंकि आई वॉज अ गायनेकोलॉजिस्ट, हेड ऑफ गायनी डिपार्टमेंट, तो वहाँ हमें तेज़ी से ही काम करना पड़ता है, क्योंकि डिसीजन लेने पड़ते हैं माँ और बच्चे के हित में। तो मेरा माइंड इतने सालों से ट्रेंड था टू टेक फास्ट डिसीजंस, जो भी लेना है उसको डिसाइड करना है, फिर करना है उसको। तो इसलिए जो भी डिसाइड करा कोरोना में, अगर आज डिसाइड करा है तो कल सुबह वो इम्प्लीमेंट किया उसको, बिकॉज दैट इज़ हाउ आई एम ट्रेन टू डू। तो वो मेरे जो ट्रेनिंग थी मेरी एज अ गायनेकोलॉजिस्ट क्लिनिशियन, वो बहुत काम आई इस सख्त समय में। उस ट्रेनिंग ने मेरा बहुत साथ दिया, क्योंकि हम आधी रात को भी सर्जरी कर रहे हैं, सारी रात जाग रहे हैं, और इतना हैवी लेबर रूम गायनी का 16 में था जो हम संभालते थे। तो वो सारी ट्रेनिंग मेरे काम आई इस दौर में। उधर इस मौके GMSH 16 ਦੇ ਸਾਰੇ ਸਟਾਫ ਨੇ डायरैक्टर डॉक्टर अमनदीप कंग ਨੂੰ ਰਿਟਾਇਰਮੈਂਟ ਪਾਰਟੀ ਦਿੱਤੀ ਹੈ। ਸਾਰੇ ਹੀ ਸਟਾਫ ਨੇ ਮਿਲ ਕੇ ਅਮਨਦੀਪ ਕੰਗ ਦੇ ਨਾਲ ਕੇਕ ਵੀ ਕੱਟਿਆ ਤੇ ਡਾਇਰੈਕਟਰ ਅਮਨਦੀਪ ਕੰਗ ਨੂੰ ਆਉਣ ਵਾਲੇ ਭਵਿੱਖ ਦੇ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ। ਉਹਦੀ ਇਸ ਮੌਕੇ ਸਟਾਫ ਦਾ ਇਹ ਵੀ ਕਹਿਣਾ ਸੀ ਕਿ ਉਹਨਾਂ ਨੇ ਕੰਗ ਮੈਡਮ ਤੋਂ ਬਹੁਤ ਕੁਝ ਸਿੱਖਿਆ। ਮੈਡਮ ਦਾ ਸਿਰਫ ਇੱਕ ਹੀ ਸੰਦੇਸ਼ ਰਹਿੰਦਾ ਸੀ ਕਿ ਮਨੁੱਖਤਾ ਦੀ ਸੇਵਾ ਕੀਤੀ ਜਾਵੇ ਤੇ ਉਹ ਇਹਨਾਂ ਹੀ ਸਿੱਖਿਆਵਾਂ ਦੇ ਉੱਪਰ ਚੱਲਦੇ ਹੋਏ ਇਹਨਾਂ ਦਾ ਪਾਲਣ ਕਰਨਗੇ। हमने मैम के अंडर बहुत काम सीखा है, बहुत काम किया है, कैसे कोरोना के कैसे मैनेज किया है वो देखने वाला था। कोविड वार्ड बनाया गायनी का, किस तरह से कोविड के पेशेंट्स ट्रीट किए, कैसे वैक्सीनेशन का प्रोग्राम शुरू किया, सब कुछ मैम के अंदर ही हमने किया है। आज मैम जा रहे हैं, पर हमने खुशी से विदा करेंगे, पर हमें दुख भी बहुत है। मैम ने हमें यही शिक्षा दी है कि मानवता की सेवा करो। पहले हमारी ड्यूटी है कि मानवता की सेवा करो। उन्होंने कोविड गायनी डिपार्टमेंट हमारे सपुर्द छोड़ा था, पूरी फुल सपोर्ट दी है। हमने प्रेग्नेंट मदर्स की पूरी केयर की है। मैडम की रेख देख में हमें कोई कमी नहीं आई। मैम ने हमें पूरी सपोर्ट रखी है, हमारे साथ दिन रात खड़े रहे हैं। हमने मैम की छत्र छाया में दिल से सेवा की है, हमारे को बहुत सपोर्ट किया मैम ने। ਜਗਬਾਣੀ ਟੀਵੀ ਦੇ ਲਈ ਚੰਡੀਗੜ੍ਹ ਤੋਂ ਭਗਵਤ ਸਿੰਘ ਦੀ ਰਿਪੋਰਟ। रुख मौसम का कर लेने तो लगातार गर्मी के दौरान जो थोड़ी जी बूंदाबारी आती है तो लोगों के चेहरे पर मुस्कुराहट आ जाती है कि शायद मौसम सुहावना हो जाएगा, पर गर्मी बनी हुई है। तापमान की गल की जाए तो वध तापमान 35.8 डिग्री सैल्सियस तो घट्टो घट्ट तापमान 25.5 डिग्री सैल्सियस दर्ज किया गया। नमी 62% रही। तो आज इस बुलेटिन के पास नहीं, फिर होगी मुलाकात। ताजकाल।